तेरे कावण कावण गुण कह कह गावां, तू साहिब गुणी निधाना। तुमरी महिमा वर्ण न साकों, तू ठाकुर ऊच भगवाना। धन वाहिगुरु साहिब जीओ। श्लोक तीन व्यापै जगत को, तुरिया पावै कोय। नानक संत निर्मल भये, जिन मन बसिया सोए। पौड़ी तृतीया त्रै गुण, बिखै फल। कब उत्तम कब नीच, नरक सुरग भरम तो घणो। सदा संघारै मीच, हरख सोग संसा संसार। हों हों करत बिहाए, जिन किए तिसे न जाननी। चितवै अनेक उपाय, आद व्याद उपादर रस। कबू न टूटै ताप, पार ब्रह्म पूर्ण धनी। नह बूझै प्रताप, मोह भरम बूढ़त घणो। महानगर में वास, कर कृपा प्रभ राख लिहो। नानक तेरी आस, कर कृपा प्रभ राख लिहो। नानक तेरी आस। परम सन्मानयोग जुगो जुग अटल, चबर तख्त दे मालक साहिब सतगुरु धन धन श्री गुरु ग्रंथ ਸਾਹਿਬ जी महाराज, तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों, आओ लड़ीवार कथा विचार दे नाल जुड़ीए। लड़ीवार चल रही कथा विचार गौड़ी थिथी महला पंजवा। गुरु ग्रंथ ਸਾਹਿਬ ਦਾ पावन पवित्र अंक 297। आओ गुरमुखो विचारां दी आरंभता करन तो पहला जिन्नी क संगत गुरु के दरबार अंदर सज के बैठी है, इकाग्रता बनाइए। विचारां दी आरंभता करन तो पहला सारी संगत दोवें हथ जोड़ के आखो वाहिगुरु जी का खालसा वाहिगुरु जी की फतेह। ਆਪਾਂ ਲੜੀਵਾਰ ਜਿਹੜੀ ਵਿਚਾਰ ਸ਼ੁਰੂ ਕੀਤੀ ਹੋਈ ਹੈ ਜੀ, ਗੌੜੀ ਰਾਗ ਦੇ ਅੰਦਰੋਂ ਥਿੱਤਾਂ ਦੇ ਬਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਨੇ, ਦੱਸ ਰਹੇ ਨੇ। ਅੱਜ ਦੇ ਸ਼ਲੋਕ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ, ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ। ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਨਾਨਕ, ਜਗਤ ਦੇ ਜੀਵਾਂ ਉੱਤੇ ਮਾਇਆ ਦੇ ਤਿੰਨ ਗੁਣ
ਆਪਣਾ ਜ਼ੋਰ ਪਾਈ ਰੱਖਦੇ ਨੇ। ਮਾਇਆ ਦਾ ਪ੍ਰਭਾਵ, ਮਾਇਆ ਦੇ ਗੁਣ ਕਿਹੜੇ ਨੇ? ਪਾਤਸ਼ਾਹ ਜੀ ਕਹਿ ਰਹੇ ਨੇ ਕੋਈ ਬਿਰਲਾ ਮਨੁੱਖ ਉਹ ਚੌਥੀ ਅਵਸਥਾ ਵਿੱਚ ਅਪੜਦਾ ਹੈ, ਚੌਥੀ ਅਵਸਥਾ ਪ੍ਰਾਪਤ ਕਰਦਾ ਹੈ ਜਿੱਥੇ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਉਹ ਮਨੁੱਖ, ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਸਦਾ ਵਸਦਾ ਹੈ, ਉਹ ਸੰਤ ਜਨ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਇਹ ਅੱਖਰੀ ਅਰਥ ਨੇ ਜੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਪੜ੍ਹਦੇ ਹਾਂ ਜੀ, ਬਾਣੀ ਦੇ ਅੰਦਰ ਮਾਇਆ ਦਾ ਜ਼ਿਕਰ ਆਇਆ। ਸਾਡੇ ਸੰਸਾਰਕ ਲੋਕ ਜਦੋਂ ਕਈ ਵਾਰ ਸਾਨੂੰ ਸਮਝ ਨਹੀਂ ਹੁੰਦੀ, ਪਤਾ ਨਹੀਂ ਹੁੰਦਾ, ਸਾਨੂੰ ਇਸ ਤਰ੍ਹਾਂ ਜਾਪਦਾ ਹੈ ਵੀ ਮਹਾਰਾਜ ਕਿਤੇ ਗੁਰਬਾਣੀ ਅੰਦਰ ਪੈਸੇ ਦੀ ਗੱਲ ਕਰ ਰਹੇ ਨੇ। ਜਦੋਂ ਅਸੀਂ ਗੁਰਬਾਣੀ ਨੂੰ ਥੋੜ੍ਹਾ ਗੌਰ ਦੇ ਨਾਲ, ਧਿਆਨ ਨਾਲ ਵਾਚਦੇ ਹਾਂ ਨਾ, ਤੀਸਰੇ ਮਹਾਰਾਜ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਉਹ ਪਦਾਰਥ, ਉਹ ਚੀਜ਼ ਜਿਹੜੀ ਸਾਨੂੰ ਪਰਮਾਤਮਾ ਨਾਲੋਂ ਤੋੜਦੀ ਹੈ। ਕੋਈ ਵਸਤੂ ਹੋ ਸਕਦੀ ਹੈ, ਕੋਈ ਪਦਾਰਥ ਹੋ ਸਕਦਾ ਹੈ, ਭਾਵੇਂ ਪੈਸਾ ਵੀ ਹੋਵੇ ਉਸ ਅੰਦਰ। ਸਿੰਪਲ ਸ਼ਬਦਾਂ ਵਿੱਚ ਕਹਿ ਲਈਏ, ਜਦੋਂ ਅਸੀਂ ਸੱਚ ਨਾਲੋਂ ਟੁੱਟ ਗਏ, ਗੁਰਬਾਣੀ ਦੀ ਵਿਚਾਰ ਨਾਲ ਟੁੱਟ ਗਏ, ਸਾਡੀ ਜ਼ਿੰਦਗੀ ਅੰਦਰੋਂ ਇਮਾਨਦਾਰੀ ਖਤਮ ਹੋ ਗਈ, ਫਿਰ ਸਾਨੂੰ ਸਾਡੇ ਮਨ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ। ਮਾਇਆ ਦਾ ਅਰਥ ਹੈ ਜਿਹੜਾ ਜੀ, ਉਹ ਹੈ ਗਲਤ ਪਾਸੇ ਦੀ ਖਿੱਚ। ਜਦੋਂ ਸਾਡਾ ਮਨ ਵਿਕਾਰਾਂ ਦੇ ਵਿੱਚ ਗਲਤ ਪਾਸੇ ਤੁਰਦਾ ਹੈ, ਗਲਤ ਪਾਸੇ ਦੌੜਦਾ ਹੈ, ਵਿਕਾਰਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਪਾਤਸ਼ਾਹ ਜੀ ਕਹਿੰਦੇ ਉਦੋਂ ਮਨ ਉੱਤੇ ਮਾਇਆ ਦਾ ਪ੍ਰਭਾਵ ਹੈ, ਮਾਇਆ ਦਾ ਰੰਗ ਚੜ੍ਹ ਗਿਆ। ਗੁਰਬਾਣੀ ਦੇ ਅੰਦਰ ਮਾਇਆ ਦੀ ਉਦਾਹਰਨ ਬੜੀ ਦਿੱਤੀ ਜੀ। ਗੁਰੂ ਸਾਹਿਬ ਨੇ ਗੱਲ ਕੀਤੀ, ਮਾਇਆ ਦਾ ਰੰਗ ਪਤਾ ਕਿਹੋ ਜਿਹਾ? ਕੁਸੁੰਬੇ ਦੇ ਰੰਗ ਵਰਗਾ ਹੁੰਦਾ ਮਾਇਆ ਦਾ ਰੰਗ। ਸਤਿਗੁਰ ਮਹਾਰਾਜ ਕਹਿ ਰਹੇ ਨੇ ਜਿਹੜਾ ਮਾਇਆ ਦਾ ਰੰਗ ਆ ਨਾ, ਉਹ ਕੁਸੁੰਬੇ ਦੇ ਰੰਗ ਵਰਗਾ ਹੈ। ਮਨੁੱਖ ਦੇ ਜੀਵਨ ਉੱਤੇ, ਮਨੁੱਖ ਦੀ ਜ਼ਿੰਦਗੀ ਅੰਦਰ ਚੜ੍ਹਦਾ ਜ਼ਰੂਰ ਹੈ, ਪਰ ਛੇਤੀ ਉਤਰ ਜਾਂਦਾ ਹੈ। ਜਿਹੜਾ ਨਾਮ ਦਾ ਰੰਗ ਹੈ, ਗੁਰਬਾਣੀ ਵਾਲਾ ਰੰਗ ਆ, ਉਹ ਮਜੀਠ ਦੇ ਰੰਗ ਵਰਗਾ ਹੈ। ਦੋਵਾਂ ਰੰਗਾਂ ਦੇ ਵਿੱਚ ਅੰਤਰ ਹੈ ਜੀ। ਕੁਸੰਬੇ ਦਾ ਰੰਗ ਕੱਚਾ ਰੰਗ ਹੁੰਦਾ, ਉਹ ਛੇਤੀ ਉਤਰ ਜਾਂਦਾ ਹੈ। ਜਿਹੜਾ ਮਜੀਠ ਦਾ ਰੰਗ ਹੁੰਦਾ, ਪੱਕਾ ਹੁੰਦਾ, ਉਹ ਉਤਰਦਾ ਨਹੀਂ। ਸਤਿਗੁਰ ਮਹਾਰਾਜ ਕਹਿੰਦੇ ਪਾਵਨ ਪਵਿੱਤਰ ਬਾਣੀ ਅੰਦਰ, ਭਾਈ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਮਜੀਠ ਵਾਲਾ ਪੱਕਾ ਰੰਗ ਚੜਾ। ਪੱਕੇ ਰੰਗ ਦਾ ਅਰਥ ਹੈ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਅੰਦਰ ਨਾਮ ਦਾ ਰੰਗ ਪੱਕਾ ਚੜਾ, ਜਿਹੜਾ ਕਦੇ ਉਤਰੇ ਨਾ, ਕਦੇ ਲਵੇ ਨਾ। ਇਹ ਤਾਂ ਮਾਇਆ ਦੀ ਸ਼ੋਭਾ 4 ਦਿਹਾੜੇ ਹੈ, 4 ਦਿਨ ਹੈ, ਫਿਰ ਸਭ ਕੁਝ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ। ਸ਼ਲੋਕ ਦੇ ਅੰਦਰ ਕਹਿ ਰਹੇ ਨੇ, ਮਹਾਰਾਜ ਕਹਿ ਰਹੇ ਨੇ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ। ਹੁਣ ਫਿਰ ਅੱਗੇ ਮਹਾਰਾਜ ਨੇ ਮਾਇਆ ਦੇ ਰੂਪਾਂ ਬਾਰੇ ਗੱਲ ਕੀਤੀ ਵੀ ਮਾਇਆ ਦੇ ਰੂਪ ਕਿਹੜੇ ਕਿਹੜੇ ਹੁੰਦੇ ਨੇ। ਪਾਤਸ਼ਾਹ ਜੀ ਕਹਿੰਦੇ ਤੀਨ ਵਿਆਪੈ ਜਗਤ ਕੋ, 3 ਮਾਇਆ ਦੇ ਜਿਹੜੇ 3 ਗੁਣ ਨੇ ਨਾ, ਸੰਸਾਰ ਨੂੰ, ਜਗਤ ਨੂੰ ਵਿਆਪ ਰਹੇ ਨੇ, ਜ਼ੋਰ ਪਾ ਰਹੇ ਨੇ, ਠੱਗੀ ਜਾ ਰਹੇ ਨੇ। ਪਹਿਲਾ ਜੀ ਰਜੋ ਗੁਣ, ਫਿਰ ਤਮੋ, ਫਿਰ ਸਤੋ। ਰਜ ਤਮ ਸਤ, ਇਹ ਪੜਾਅ ਦਰ ਪੜਾਅ ਮਨੁੱਖ ਦੀ ਜ਼ਿੰਦਗੀ ਵਿੱਚ ਰੁਕਾਵਟ ਪਾਉਂਦੇ ਨੇ। ਰਜੋ ਦਾ ਅਰਥ ਹੈ ਵੀ ਆਪਣੇ ਤੱਕ ਸੀਮਿਤ ਰਹਿਣਾ, ਵੀ ਬਸ ਮੇਰੇ ਪੇਟ ਦੀ ਪੂਰਤੀ ਹੋ ਜੇ, ਮੈਂ ਰੱਜ ਜਾਵਾਂ, ਭਾਵੇਂ ਦੁਨੀਆ ਦੇ ਅੰਦਰ ਕੋਈ ਭੁੱਖਾ ਮਰਦਾ ਤਾਂ ਮਰ ਜਾਵੇ, ਭਾਵੇਂ ਮੈਂ ਉੱਪਰੋਂ ਬਹੁਤ ਵੱਡਾ ਧਰਮੀ ਵੀ ਹਾਂ, ਰੱਬ ਰੱਬ ਕਹਿਣ ਵਾਲਾ ਵੀ ਹਾਂ, ਅੱਲਾ ਅੱਲਾ ਕਹਿਣ ਵਾਲਾ, ਰਾਮ ਰਾਮ ਜਪਣ ਵਾਲਾ, ਪਰ ਫਿਰ ਵੀ ਮਾਇਆ ਨੇ ਕਿਹੜਾ ਪ੍ਰਭਾਵ ਪਾ ਲਿਆ? ਪਹਿਲਾ ਪ੍ਰਭਾਵ ਹੈ ਜੀ ਰਜੋ ਗੁਣ। ਰਜੋ ਗੁਣ ਇਸ ਤਰ੍ਹਾਂ ਦਾ ਪ੍ਰਭਾਵ ਪੈ ਗਿਆ, ਆਪਣੇ ਤੱਕ ਸੀਮਿਤ ਹੋ ਗਿਆ ਬੰਦਾ। ਗੁਰਬਾਣੀ ਸਾਨੂੰ ਆਪਣੇ ਤੱਕ ਸੀਮਿਤ ਨਹੀਂ ਕਰਦੀ, ਗੁਰਬਾਣੀ ਦਾ ਦਾਇਰਾ ਬੜਾ ਵਿਸ਼ਾਲ ਹੈ। ਗੁਰਬਾਣੀ ਤਾਂ ਕਹਿੰਦੀ ਹੈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ, ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਲਾ ਹੋਣਾ ਚਾਹੀਦਾ ਹੈ। ਇਹ ਨਹੀਂ ਵੀ ਆਪਣਾ ਪੇਟ ਭਰ ਲਿਆ, ਵੀ ਦੂਜੇ ਦੇ ਚਲੋ ਵੀ ਤੇਤੋਂ ਕੀ ਮੈਂ ਲੈਣਾ। ਰਜੋ ਦਾ ਅਰਥ ਇਹ ਹੈ ਵੀ ਆਪਣੇ ਵਿੱਚ ਮੈਂ ਰੱਜ ਗਿਆ, ਆਪਣੇ ਤੌਰ ਤੇ ਮੈਨੂੰ ਸਭ ਕੁਝ ਮਿਲ ਗਿਆ। ਮਹਾਰਾਜ ਕਹਿੰਦੇ ਫਿਰ ਵੀ ਇਹਦੇ ਉੱਤੇ ਮਾਇਆ ਦਾ ਪ੍ਰਭਾਵ ਰਹਿ ਗਿਆ, ਰਜੋ ਦਾ ਪ੍ਰਭਾਵ ਰਹਿ ਗਿਆ, ਰਜੋ ਗੁਣ ਦਾ। ਤਮੋ ਗੁਣ ਦਾ ਅਰਥ ਹੁੰਦਾ ਜੀ, ਵੈਸੇ ਤਮ ਦਾ ਅਰਥ ਹਨੇਰਾ ਵੀ ਹੁੰਦਾ ਹੈ।
ਤਮ ਦੇ ਵਿੱਚ ਪੈ ਕੇ, ਤਮੇ ਦੇ ਵਿੱਚ ਪੈ ਕੇ ਫਿਰ ਕਿਸੇ ਨੂੰ ਪਛਾਣਦਾ ਨਹੀਂ ਹੈ। ਮੇਰੇ ਕੋਲ ਪ੍ਰਾਪਰਟੀ ਹੈ, ਮੇਰੇ ਕੋਲ ਧਨ ਹੈ, ਮੇਰੇ ਕੋਲ ਫਲਾਣੀ ਚੀਜ਼ ਹੈ, ਇਹਦਾ ਹੀ ਤਮਾ ਲੱਗਿਆ ਰਹਿੰਦਾ ਬੰਦੇ ਨੂੰ। ਨਾਲੇ ਗੱਲ ਆਪਾਂ ਸਾਰੇ ਜਾਣਦੇ ਹਾਂ, ਮਹਾਰਾਜ ਇਹ ਬਾਣੀ ਅੰਦਰ ਗੱਲ ਕਹਿ ਰਹੇ ਨੇ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਧਨ ਪੈਸਾ, ਭੂਮ ਦਾ ਅਰਥ ਹੁੰਦਾ ਜ਼ਮੀਨ। ਜੇ ਬੰਦਾ ਇਹਦਾ ਮਾਨ ਕਰਦਾ ਨਾ, ਹੰਕਾਰ ਕਰਦਾ ਵੀ ਮੇਰੇ ਕੋਲ ਇੰਨੀ ਪ੍ਰਾਪਰਟੀ ਹੈ, ਮੇਰੇ ਕੋਲ ਇੰਨੇ ਪਦਾਰਥ ਨੇ, ਮਹਾਰਾਜ ਕਹਿੰਦੇ ਉਹਦੇ ਵਰਗਾ ਕੋਈ ਮੂਰਖ ਬੰਦਾ ਨਹੀਂ। ਪਤਾ ਨਹੀਂ ਕਿਹੜੇ ਵੇਲੇ ਬੰਦਾ ਫਰਸ਼ ਤੇ ਡਿੱਗ ਜਾਂਦਾ। ਅਰਸ਼ਾਂ ਤੇ ਚੜਿਆ ਬੰਦਾ ਕਈ ਵਾਰ ਫਰਸ਼ ਤੇ ਵੀ ਆ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਇਹਨੂੰ ਤਮੋ ਗੁਣੋਂ ਨੇ, ਤਮ ਜਿਹੜਾ ਤਮਪਣਾ ਹੈ, ਤਮਾ ਵੀ ਇਹਦੇ ਅੰਦਰ ਆ ਗਿਆ। ਸਤੋ ਦਾ ਅਰਥ ਸੱਚਾ, ਸੱਤ। ਸੱਚਾ ਤਾਂ ਹਾਂ, ਮੈਂ ਆਪਣੇ ਤੱਕ ਸੀਮਤ ਰੱਖ ਲਾ ਇਸ ਗੁਣ ਨੂੰ ਵੀ। ਮੈਨੂੰ ਗਿਆਨ ਪ੍ਰਾਪਤ ਹੋ ਜੇ, ਮੈਨੂੰ ਸਮਝ ਪ੍ਰਾਪਤ ਹੋ ਜੇ, ਪਰ ਦੂਜਾ ਅਗਿਆਨਤਾ ਵਿੱਚ ਡੁੱਬਦਾ ਰਵੇ। ਇਸ ਕਰਕੇ ਮਹਾਰਾਜ ਨੇ ਕਿਹਾ ਨਾ, ਤੀਨ ਵਿਆਪੈ ਜਗਤ ਕੋ ਤੁਰੀਆ ਪਾਵੇ ਕੋਏ। ਤੁਰੀਆ ਦਾ ਅਰਥ ਹੁੰਦਾ ਜੀ ਚੌਥੀ ਅਵਸਥਾ। ਇਹ ਤਿੰਨ ਮਹਾਰਾਜ ਨੇ ਗੁਣ ਦੱਸੇ। ਤੁਰੀਆ ਦਾ ਅਰਥ ਹੈ ਚੌਥੀ ਅਵਸਥਾ। ਕਿਹੜੀ ਅਵਸਥਾ? ਸਹਿਜ ਅਵਸਥਾ, ਟਿਕਾ ਵਾਲੀ ਅਵਸਥਾ। ਕਿਵੇਂ ਮਿਲਦੀ? ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜੀ। ਜਪਜੀ ਸਾਹਿਬ ਦੀ ਬਾਣੀ ਅੰਦਰ 5 ਖੰਡ ਆਉਂਦੇ ਨੇ, ਧਰਮ ਖੰਡ, ਸ਼ਰਮ ਖੰਡ, ਕਰਮ ਖੰਡ, ਗਿਆਨ ਖੰਡ, ਸੱਚ ਖੰਡ। ਹੁਣ ਇੱਕ ਪੜਾਦਰ ਜਦੋਂ ਇਹਨਾਂ ਨੂੰ ਪੜਾਂਗੇ ਨਾ, ਵਿਚਾਰਾਂਗੇ, ਇਹਨਾਂ ਦੇ ਵਿਚਾਰ ਬੜੇ ਕਮਾਲ ਦੇ ਨੇ। ਗੁਰੂ ਸਾਹਿਬ ਨੇ ਬੜੇ ਪੜਾਦਰ, ਬੜੀ ਪਿਆਰੀ ਗੱਲ ਕੀਤੀ। ਚੌਥੀ ਅਵਸਥਾ ਕਿਹੜੀ ਹੁੰਦੀ ਹੈ? ਜਿੱਥੇ ਮਹਾਰਾਜ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਖੰਡ ਦਾ ਅਰਥ ਹੁੰਦਾ ਜੀ ਹਿੱਸਾ। ਜਿੱਥੇ ਨਿਰੰਕਾਰ ਆਪ ਖੁਦ ਆ ਕੇ ਵਸਣ ਲੱਗ ਪਿਆ, ਉਹ ਸਰੀਰ, ਉਹ ਹਿਰਦਾ ਸੱਚਖੰਡ ਬਣ ਜਾਂਦਾ ਹੈ। ਉਹਨੂੰ ਕਿਹਾ ਇਹ ਮਨੁੱਖ ਚੌਥੀ ਅਵਸਥਾ, ਤੁਰੀਆ ਅਵਸਥਾ ਦਾ ਮਾਲਕ ਬਣੇਗਾ, ਜਿਹਨੂੰ ਬਾਣੀ ਅੰਦਰ ਕਿਹਾ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ ਹੈ, ਚਿੰਤਾ ਝੋਰਾ ਨਹੀਂ ਹੈ। ਉਸ ਬੇਗਮਪੁਰੇ ਦੇ, ਉਸ ਅਵਸਥਾ ਦੇ ਅਸੀਂ ਵਾਸੀ ਬਣ ਗਏ। ਤੁਸੀਂ ਸੰਸਾਰ ਅੰਦਰ ਆਪਾਂ ਜਦੋਂ ਵਿਚਰਦੇ ਆ ਨਾ ਜੀ, ਕਈ ਵਾਰ ਐਸਾ ਵੀ ਸਾਨੂੰ ਕਲਚਰ ਵੇਖਣ ਨੂੰ ਮਿਲਦਾ ਹੈ ਵੀ ਹੁਣ ਸਾਡਾ ਬਾਬਾ ਤੁਹਾਡੇ ਨਾਲ ਗੱਲ ਨਹੀਂ ਕਰਦਾ ਕਿਉਂਕਿ ਇਹ ਸਹਿਜ ਅਵਸਥਾ ਵਿੱਚ ਪੜ ਗਿਆ, ਇਹ ਚੌਥੀ ਅਵਸਥਾ ਵਿੱਚ ਪੜ ਗਿਆ। ਗੁਰੂ ਸਾਹਿਬ ਨੇ ਇਸ ਤਰ੍ਹਾਂ ਤਾਂ ਕਿਤੇ ਦੇਖਿਆ ਨਹੀਂ ਹੈ। ਸਹਿਜ ਅਵਸਥਾ ਦਾ ਅਰਥ ਹੈ, ਚੌਥੀ ਅਵਸਥਾ ਦਾ ਅਰਥ ਹੈ, ਰਾਮਕਲੀ ਰਾਗ ਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਇਹ ਕਹਿ ਲਈਏ ਚੌਥੀ ਅਵਸਥਾ ਪਹੁੰਚਣ ਦਾ ਇਹ ਰਾਹ ਹੈ ਜਦੋਂ ਸਾਡਾ ਦਿਮਾਗ ਚੱਲਣ ਲੱਗ ਗਿਆ, ਜਦੋਂ ਸਾਨੂੰ ਸਮਝ ਆ ਗਈ ਆਪਣੇ ਆਲੇ ਦੁਆਲੇ ਦੀ, ਆਪਣੇ ਆਪੇ ਦੀ। ਫਿਰ ਕਹਿੰਦੇ ਆ ਵੀ ਇਹ ਮਨੁੱਖ ਚੌਥੀ ਅਵਸਥਾ ਵਿੱਚ ਪਹੁੰਚ ਗਿਆ। ਇਹ ਨਹੀਂ ਹੁੰਦਾ ਵੀ ਜਿਹੜਾ ਚੌਥੀ ਅਵਸਥਾ ਵਿੱਚ ਪਹੁੰਚ ਗਿਆ, ਜਿਹਨੂੰ ਅਕਲ ਆ ਗਈ, ਜਿਹਨੂੰ ਸਮਝ ਆ ਗਈ, ਉਹ ਕਿਸੇ ਨਾਲ ਬੋਲਦਾ ਨਹੀਂ, ਉਹ ਮੌਨ ਧਾਰ ਕੇ ਬਹਿ ਜੇ, ਚੁੱਪਚਾਪ ਕਰਕੇ ਬਹਿ ਜੇ। ਨਹੀਂ, ਉਹ ਤਾਂ ਫਿਰ ਸਤਿਗੁਰੂ ਮਹਾਰਾਜ ਨੇ ਕਿਹਾ ਨਾ, ਬੋਲ ਸੋ ਧਰਮੀ ਅੜਿਆ ਮੌਨ ਕਾ ਧਾਰੀ। ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ, ਜੇ ਤੈਨੂੰ ਧਰਮ ਦਾ ਗਿਆਨ ਹੈ, 4 ਅੱਖਰਾਂ ਦਾ ਗਿਆਤਾ, ਤੂੰ ਫਿਰ ਚੁੱਪ ਕਰਕੇ ਕਿਉਂ ਬੈਠਿਆ ਹੈ? ਦੱਸਿਆ ਕਰ ਸੰਸਾਰ ਨੂੰ, ਦੁਨੀਆ ਨੂੰ ਦੱਸਿਆ ਕਰ। ਇੱਥੇ ਹੀ ਗੱਲ ਮਹਾਰਾਜ ਕਹਿ ਰਹੇ ਨੇ, ਤੁਰੀਆ ਪਾਵੇ ਕੋਏ। ਨਹੀਂ ਤਾਂ ਸੰਸਾਰ ਜਗਤ ਇਹਨਾਂ 3 ਪੜਾਵਾਂ ਦੇ ਵਿੱਚ ਉਲਝ ਕੇ ਰਹਿ ਜਾਂਦਾ ਹੈ। ਚੌਥੀ ਅਵਸਥਾ ਤੱਕ, ਚੌਥੇ ਪੜਾਅ ਤੱਕ ਕੋਈ ਵਿਰਲਾ ਮਨੁੱਖ ਪਹੁੰਚਦਾ ਹੈ। ਦੁਨਿਆਵੀ ਤੌਰ ਤੇ ਵਿਖਾਵੇ ਵਾਲੇ ਬੰਦੇ ਬਹੁਤ ਮਿਲ ਜਾਣਗੇ। ਸਤਿਗੁਰੂ ਮਹਾਰਾਜ ਨੇ ਕਿਹਾ, ਪਾਤਸ਼ਾਹ ਜੀ ਕਹਿੰਦੇ ਦੁਨਿਆਵੀ ਤੌਰ ਤੇ ਵਿਖਾਵਾ ਕਰਨ ਵਾਲੇ ਬੰਦੇ ਬਹੁਤ ਮਿਲ ਜਾਣਗੇ। ਮੈਂ ਫਲਾਣੇ ਤੀਰਥ ਉੱਤੇ ਜਾਇਆ, ਮੈਂ ਇੰਨਾ ਦਾਨ ਕਰਤਾ, ਮੈਂ ਇੰਨਾ ਪੁੰਨ ਕਰਤਾ, ਮੈਂ ਇੰਨੇ ਕਰਮ ਕਰ ਚੁੱਕਾ। ਪਰ ਮਹਾਰਾਜ ਕਹਿੰਦੇ ਚੌਥੀ ਅਵਸਥਾ ਤੱਕ ਪਹੁੰਚਣ ਵਾਲਾ ਕੋਈ ਬਿਰਲਾ ਮਨੁੱਖ, ਕੋਟਨਮੈ, ਕਰੋੜਾਂ ਦੇ ਵਿੱਚੋਂ ਇੱਕ ਹੁੰਦਾ ਕੋਈ। ਨਾਨਕ ਸੰਤ ਨਿਰਮਲ ਭਏ, ਮਨ ਤਨ ਵਸਿਆ ਸੋਏ। ਮਹਾਰਾਜ ਕਹਿੰਦੇ ਜਿਹਨੇ ਚੌਥੀ ਅਵਸਥਾ ਪ੍ਰਾਪਤ ਕਰ ਲਈ, ਸਹਿਜ ਅਵਸਥਾ ਪ੍ਰਾਪਤ ਕਰ ਲਈ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹ ਨਿਰਮਲ ਹੋ ਗਏ। ਨਿਰਮਲ ਦਾ ਅਰਥ ਹੁੰਦਾ ਜੀ ਮੈਲ ਤੋਂ ਰਹਿਤ। ਉਹਨਾਂ ਦੀ ਜ਼ਿੰਦਗੀ ਅੰਦਰੋਂ ਮੈਲ ਉਤਰ ਗਈ ਹੈ ਵਿਕਾਰਾਂ ਦੀ। ਮਹਾਰਾਜ ਕਹਿੰਦੇ ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ
ਵਸ ਗਿਆ ਰੱਬ ਵਾਹਿਗੁਰੂ। ਆਪਾਂ ਇਕੱਲੇ ਇਕੱਲੇ ਅੱਖਰ ਨੂੰ ਵਿਚਾਰਦੇ ਹਾਂ ਜੀ। ਕਿਉਂ ਵਿਚਾਰਦੇ ਹਾਂ? ਕਿਉਂਕਿ ਗੁਰਬਾਣੀ ਦੀ ਵਿਚਾਰ ਹਰ ਇੱਕ ਬੰਦੇ ਤੱਕ ਪਹੁੰਚੇ। ਕਈ ਵਾਰੀ ਸਵਾਲ ਹੁੰਦਾ ਸਾਡਾ ਵੀ ਸਾਨੂੰ ਬਾਣੀ ਬਾਰੇ ਪਤਾ ਨਹੀਂ ਲੱਗਦਾ, ਬਾਣੀ ਸਮਝ ਨਹੀਂ ਆਉਂਦੀ, ਬਾਣੀ 'ਚ ਲਿਖਿਆ ਕੀ ਹੈ। ਬਾਣੀ ਤਾਂ ਇੰਨੀ ਸਿੰਪਲ ਭਾਸ਼ਾ ਦੇ ਅੰਦਰ ਮਹਾਰਾਜ ਨੇ ਸਾਡੇ ਸਾਹਮਣੇ ਆਮ ਜਿਹੜੀਆਂ ਪਰਿਵਾਰਾਂ ਵਿੱਚ ਗੱਲਾਂ ਵਾਪਰਦੀਆਂ ਨੇ, ਉਦਾਹਰਨਾਂ ਵਾਪਰਦੀਆਂ ਨੇ, ਉਹ ਸਾਡੇ ਸਾਹਮਣੇ ਗੱਲਾਂ ਰੱਖੀਆਂ ਨੇ ਗੁਰੂ ਸਾਹਿਬ ਨੇ। ਅਨਪੜ੍ਹ ਤੋਂ ਅਨਪੜ੍ਹ ਬੰਦਾ ਗੱਲ ਸਮਝ ਸਕੇ, ਉਹਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਜਾਵੇ। ਮੇਨ ਇੱਥੇ ਇੱਕੋ ਮਕਸਦ ਹੈ ਜੀ, ਜ਼ਿੰਦਗੀ ਨੂੰ ਸੋਹਣਾ ਅਤੇ ਵਧੀਆ ਢੰਗ ਨਾਲ ਜਿਉਣਾ। ਬਾਕੀ ਧਰਮ ਕਰਮ ਸਭ ਬਾਅਦ 'ਚ ਰਹਿ ਜਾਂਦੇ ਨੇ, ਪਹਿਲਾਂ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਵੇ। ਗੁਰਬਾਣੀ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ। ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਢੰਗ ਦੱਸ ਰਹੇ ਨੇ ਮਹਾਰਾਜ। ਇੰਨਾ ਲੰਮਾ ਸਮਾਂ ਮਹਾਰਾਜ ਨੇ ਬਾਣੀ ਲਿਖੀ, ਪ੍ਰਚਾਰਿਆ। ਕਾਹਦੇ ਵਾਸਤੇ? ਇਸ ਧਰਤੀ 'ਤੇ ਰਹਿਣ ਵਾਲੇ ਬੰਦੇ ਨੂੰ ਢੰਗ ਤਰੀਕੇ ਨਾਲ ਰਹਿਣਾ ਆ ਜਾਵੇ, ਬੰਦਾ ਬੰਦੇ ਦੀ ਕਦਰ ਕਰਨੀ ਸਿੱਖ ਜਾਵੇ। ਇਹ ਗੱਲ ਮਹਾਰਾਜ ਰੋਜ਼ਾਨਾ ਸਮਝਾਉਂਦੇ ਨੇ ਸਾਨੂੰ। ਅੱਗੇ ਪੌੜੀ ਅੰਦਰ ਮਹਾਰਾਜ ਕਹਿ ਰਹੇ ਨੇ ਜੀ, ਤ੍ਰਿਤੀਆ ਤ੍ਰੈ ਗੁਣ ਵਿਖੈ ਫਲ, ਕਬ ਉੱਤਮ ਕਬ ਨੀਚ। ਤ੍ਰਿਤੀਆ ਦਾ ਅਰਥ ਹੁੰਦਾ ਜੀ ਤੀਜੀ ਥਿੱਤ। ਪਰਸੋਂ ਆਪਾਂ ਇੱਕ ਪਹਿਲੀ ਥਿੱਤ ਬਾਰੇ ਗੱਲ ਕੀਤੀ, ਫਿਰ ਦੂਜੀ ਬਾਰੇ ਕੀਤੀ, ਅੱਜ ਤੀਸਰੀ ਥਿੱਤ ਬਾਰੇ ਆਪਾਂ ਗੱਲ ਕਰ ਰਹੇ ਹਾਂ। ਮੈਂ ਇਹ ਵੀ ਗੱਲ ਤੁਹਾਡੇ ਨਾਲ ਰੋਜ਼ਾਨਾ ਕਰਦਾ ਰਹਿਣਾ। ਗੁਰੂ ਸਾਹਿਬ ਨੇ 12 ਮਾਹ ਦੀ ਬਾਣੀ ਲਿਖੀ, 12 ਮਹੀਨਿਆਂ ਦੇ ਪ੍ਰਥਾਏ ਮਹਾਰਾਜ ਨੇ ਲਿਖਿਆ, ਰੁੱਤਾਂ ਦੇ ਪ੍ਰਥਾਏ ਮਹਾਰਾਜ ਨੇ ਲਿਖਿਆ, ਦਿਨਾਂ ਦੇ ਪ੍ਰਥਾਏ ਸਤਿਗੁਰ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਥਿੱਤਾਂ ਦੇ ਬਾਰੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ। ਇੱਥੇ ਮਹਾਰਾਜ ਇਹ ਗੱਲ ਨਹੀਂ ਕਹਿ ਰਹੇ ਵੀ ਫਲਾਣੀ ਥਿੱਤ ਚੰਗੀ ਹੁੰਦੀ ਹੈ, ਫਲਾਣੀ ਥਿੱਤ ਮਾੜੀ ਹੁੰਦੀ ਹੈ। ਨਾ, ਗੁਰੂ ਸਾਹਿਬ ਤਾਂ ਰੱਬ ਨਾਲ ਜੁੜਨ ਦਾ ਤਰੀਕਾ ਦੱਸ ਰਹੇ ਨੇ, ਢੰਗ ਦੱਸ ਰਹੇ ਨੇ। ਤ੍ਰਿਤੀਆ ਦਾ ਅਰਥ ਹੈ ਤੀਜ। ਮਹਾਰਾਜ ਕਹਿ ਰਹੇ ਨੇ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਹੇਠਾਂ ਜੀਵ ਜਿਹੜਾ ਮਨੁੱਖ ਹੈ, ਇਹਨਾਂ ਜੀਵਾਂ ਨੂੰ ਵਿਸ਼ੇ ਵਿਕਾਰਾਂ ਰੂਪੀ ਫਲ ਮਿਲਦੇ ਨੇ। ਕਦੇ ਕੋਈ ਥੋੜ੍ਹੇ ਚਿਰ ਲਈ ਚੰਗੀ ਅਵਸਥਾ ਮਾਣਦੇ ਨੇ, ਕਦੇ ਨੀਵੀਂ ਅਵਸਥਾ ਵਿੱਚ ਡਿੱਗ ਪੈਂਦੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਜੀਵਾਂ ਨੂੰ ਨਰਕ ਸੁਰਗ ਦੁੱਖ ਸੁੱਖ ਭੋਗਣੇ ਪੈਂਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਬਹੁਤ ਭਟਕਣਾ ਲੱਗੀ ਰਹਿੰਦੀ ਹੈ, ਮੌਤ ਦਾ ਡਰ ਹਰ ਵੇਲੇ ਤੜਫਾਉਂਦਾ ਰਹਿੰਦਾ ਹੈ, ਆਤਮਿਕ ਮੌਤ 'ਤੇ ਬੰਦਾ ਮਰਦਾ ਰਹਿੰਦਾ ਹੈ। ਇੱਥੇ ਆਪਾਂ ਗੱਲ ਕਰ ਰਹੇ ਸੀ ਤੀਜੀ ਥਿੱਤ ਬਾਰੇ। ਮਹਾਰਾਜ ਕਹਿੰਦੇ, ਪਾਤਸ਼ਾਹ ਜੀ ਕਹਿ ਰਹੇ ਨੇ ਤ੍ਰਿਤੀਆ ਤ੍ਰੈ ਗੁਣ ਵਿਖੈ ਫਲ। ਸਤਿਗੁਰ ਮਹਾਰਾਜ ਕਹਿੰਦੇ ਇਹਨਾਂ ਮਾਇਆ ਦੇ 3 ਗੁਣਾਂ ਦੇ ਪ੍ਰਭਾਵ ਹੇਠੇ ਜ਼ਹਿਰ ਇਕੱਠੀ ਕਰਦਾ ਹੈ, ਜ਼ਹਿਰ ਵਾਲੇ ਫਲ ਇਕੱਠੇ ਕਰਦਾ ਹੈ। ਕਦੇ ਉੱਤਮ ਬਣ ਗਿਆ, ਕਦੇ ਨੀਚ ਬਣ ਗਿਆ। ਚੇਤੇ ਕਰਿਓ, ਗੁਰਬਾਣੀ ਨੇ ਮਨੁੱਖ ਨੂੰ ਕਿਰਤ ਕਰਕੇ, ਕੰਮ ਕਰਕੇ ਕਦੇ ਨੀਚ ਨਹੀਂ ਕਿਹਾ। ਭਾਵੇਂ ਸਾਡੇ ਸੰਸਾਰ ਅੰਦਰ ਇਹ ਬਹੁਤ ਜ਼ਿਆਦਾ ਗੱਲਾਂ ਹਾਵੀ ਨੇ, ਪਰ ਲੋਕ ਸਮਝਦੇ ਨੇ ਇਹਨਾਂ ਗੱਲਾਂ ਨੂੰ, ਸੂਝਵਾਨ ਲੋਕ, ਸਿਆਣੇ ਲੋਕ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਰੱਬ ਨੇ ਕੋਈ ਕੁੱਲ ਨਹੀਂ ਬਣਾਈ, ਕੋਈ ਜ਼ਾਤ ਨਹੀਂ ਬਣਾਈ। ਇਹ ਜਿਹੜਾ ਪਾਇਆ ਸਭ ਰੌਲਾ ਨਾ ਅਖੌਤੀ ਧਾਰਮਿਕ ਠੇਕੇਦਾਰਾਂ ਦਾ ਹੈ। ਗੁਰੂ ਸਾਹਿਬ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਇੱਕੋ ਜਿਹੇ ਬਣਾਇਆ, ਇੱਕੋ ਜਿਹੇ ਸਾਜਿਆ। ਠੀਕ ਹੈ, ਕੋਈ ਬੰਦਾ ਆਰਥਿਕ ਤੌਰ 'ਤੇ ਵਧੀਆ ਪੈਸੇ ਟਕੇ ਵਾਲਾ, ਕੋਈ ਬੰਦਾ ਦਿਹਾੜੀਦਾਰ, ਦਿਹਾੜੀ ਕਰਕੇ ਕਮਾ ਕੇ ਖਾ ਲੈਂਦਾ ਹੈ। ਗੁਰੂ ਨਾਨਕ ਦੇ ਘਰ ਨੇ ਸਭ ਨੂੰ ਇੱਕੋ ਜਿਹਾ ਸਮਝਿਆ, ਬਰਾਬਰ ਸਮਝਿਆ। ਇਸ ਘਰ ਦੀ ਵਿਸ਼ੇਸ਼ਤਾ ਇਹੀ ਹੈ ਵੀ ਇੱਥੇ ਕੋਈ ਮਰਜ਼ੀ ਆਵੇ, ਕਿਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ, ਕੋਈ ਭੇਦਭਾਵ ਨਹੀਂ ਹੈ। ਰੰਗ ਨਸਲ ਦੇ ਆਧਾਰ 'ਤੇ, ਜ਼ਾਤ ਦੇ ਆਧਾਰ 'ਤੇ ਸਭ ਇੱਥੇ ਇੱਕੋ ਜਿਹੇ ਨੇ। ਸਭ ਨੂੰ ਆਦਰ, ਸਭ ਨੂੰ ਮਾਣ ਗੁਰੂ ਦਿੰਦਾ ਹੈ। ਜਿਹੜੀ ਆਪਾਂ ਇੱਥੇ ਗੱਲ ਕਰ ਰਹੇ ਸੀ, ਆਪਾਂ ਗੱਲ ਕਰ ਰਹੇ ਸੀ ਵੀ ਕਦੇ ਉੱਚੀ ਅਵਸਥਾ ਵਿੱਚ ਬਹਿ ਜਾਂਦਾ, ਕਦੇ ਨੀਚ ਬਣ ਜਾਂਦਾ। ਨੀਚ ਬੰਦਾ ਕਾਹਦੇ ਕਰਕੇ ਬਣਦਾ ਜੀ? ਨੀਚ ਬੰਦਾ ਆਪਣੇ ਕਿਰਦਾਰ ਕਰਕੇ ਬਣਦਾ, ਕੰਮਾਂ ਕਰਕੇ ਬਣਦਾ। ਜ਼ਾਤ ਕਰਕੇ ਕੋਈ ਨੀਵਾਂ ਨਹੀਂ ਹੁੰਦਾ ਜੀ, ਜ਼ਾਤ ਕਰਕੇ ਕੋਈ ਉੱਚਾ ਨਹੀਂ ਹੁੰਦਾ। ਇਹ ਗੱਲ ਚੇਤੇ ਕਰਿਓ ਧਿਆਨ ਨਾਲ। ਨਾ ਕੋਈ ਬੰਦਾ ਜ਼ਾਤ ਕਰਕੇ ਨੀਵਾਂ ਬਣਦਾ, ਨਾ ਕੋਈ ਬੰਦਾ ਜ਼ਾਤ ਕਰਕੇ ਉੱਚਾ ਬਣਦਾ। ਇੱਥੇ ਸਭ ਬਰਾਬਰ ਨੇ। ਭਾਵੇਂ ਬੰਦਾ ਹੈਂਕੜ ਦੇ ਵਿੱਚ, ਹੰਕਾਰ ਦੇ ਵਿੱਚ ਕੁਝ ਮਰਜ਼ੀ ਆਖੀ ਜਾਵੇ। ਗੁਰੂ ਸਾਹਿਬ ਦੀ ਪਾਵਨ ਪਵਿੱਤਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਇੱਥੇ ਜਿਹੜੀ ਆਪਾਂ ਵਿਚਾਰ ਕਰ ਰਹੇ ਸੀ, ਕਦੇ
ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ, ਕਦੇ ਫਿਰ ਬਿਲਕੁਲ ਨੀਵੀਂ ਅਵਸਥਾ ਵਿੱਚ ਭੈੜੇ ਕੰਮਾਂ ਦੇ ਕਾਰਨ ਬਿਲਕੁਲ ਨੀਚ ਬਣ ਜਾਂਦਾ, ਨੀਵਾਂ ਬਣ ਜਾਂਦਾ। ਖਸਮ ਵਿਸਾਰ ਹੈ ਤੇ ਕਮਜ਼ਾਤ, ਨਾਨਕ ਨਹਾਵੈ ਬਾਸਨਾਤ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਅਗਲੀ ਪੰਕਤੀ ਦੇ ਅੰਦਰ, ਨਰਕ ਸੁਰਗ ਭਰਮ ਤੋਂ ਘਣੋ ਸਦਾ ਸੰਘਾਰੈ ਮੀਚ। ਮਹਾਰਾਜ ਕਹਿੰਦੇ ਕਦੇ ਨਰਕ ਦੇ ਵਿੱਚ ਕਦੇ ਸੁਰਗ ਦੇ ਵਿੱਚ ਇਹ ਪਹੁੰਚ ਜਾਂਦਾ ਹੈ। ਕਦੋਂ ਪਹੁੰਚਦਾ? ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ। ਤੁਸੀਂ ਦੁਨੀਆ ਅੰਦਰ ਝਾਤ ਮਾਰ ਕੇ ਵੇਖ ਲਓ ਜੀ, ਅੱਜ ਬਹੁਤ ਬੰਦੇ ਸਵਰਗ ਵੀ ਮਾਣਦੇ ਨੇ, ਅੱਜ ਬਹੁਤ ਬੰਦੇ ਨਰਕ ਵਿੱਚ ਵੀ ਡੁੱਬੇ ਪਏ ਨੇ। ਕਦੇ ਦੁੱਖਾਂ ਦੇ ਅੰਦਰ, ਕਦੇ ਕਲੇਸ਼ਾਂ ਦੇ ਅੰਦਰ, ਕਦੇ ਸੁੱਖਾਂ ਦੇ ਅੰਦਰ, ਕਦੇ ਖੁਸ਼ੀ ਅੰਦਰ। ਬੰਦੇ ਦੀ ਅਵਸਥਾ ਹੈ ਜੀ, ਬੰਦਾ ਡਾਮਾਡੋਲ ਹੋ ਜਾਂਦਾ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਹਰਖ ਸੋਗ ਸੰਸਾ ਸੰਸਾਰ ਹਉ ਕਰਤ ਬਿਹਾਏ। ਕਦੇ ਹਰਖ ਦੇ ਅੰਦਰ, ਕਦੇ ਸੋਗ ਦੇ ਅੰਦਰ, ਕਦੇ ਖੁਸ਼ੀ ਅੰਦਰ, ਕਦੇ ਗਮੀ ਅੰਦਰ। ਸੰਸਾਰ ਮੈਂ ਕਰਕੇ ਹਉਮੈ ਹਉਮੈ ਕਰਤ ਜ਼ਿੰਦਗੀ ਬਤੀਤ ਕਰੀ ਜਾਂਦਾ। ਜਿਨ ਕੀਏ ਤਿਸੈ ਨਾ ਜਾਣਈ ਚਿਤਵੈ ਅਨੇਕ ਉਪਾਏ। ਮਹਾਰਾਜ ਕਹਿੰਦੇ ਜਿਹਨੇ ਬਣਾਇਆ, ਜਿਹਨੇ ਸਾਜਿਆ, ਜਿਹਨੇ ਧਰਤੀ ਤੇ ਭੇਜਿਆ, ਉਹਨੂੰ ਨਹੀਂ ਜਾਣਦਾ। ਮਹਾਰਾਜ ਕਹਿੰਦੇ ਚਿਤਵੈ ਅਨੇਕ ਉਪਾਏ, ਹੋਰ ਬੜੇ ਤਰੀਕੇ ਕਰੀ ਜਾਂਦਾ, ਹੋਰ ਬੜੇ ਉਪਾਅ ਕਰੀ ਜਾਂਦਾ। ਆਦ ਵਿਆਦ ਉਪਾਦ ਰਸ ਕਬੂ ਨਾ ਟੁੱਟੈ ਤਾਪ। ਪਾਤਸ਼ਾਹ ਜੀ ਕਹਿ ਰਹੇ ਨੇ ਜੀ ਇਸ ਪੰਕਤੀ ਦੇ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ ਆਦ ਵਿਆਦ ਚਸਕਿਆਂ ਦੇ ਵਿੱਚ ਇਹ ਮਨੁੱਖ ਦਾ ਜੀਵਨ ਪਰਚਿਆ ਹੋਇਆ ਹੈ। ਮਨ ਵਿੱਚ ਰੋਗ ਪੈਦਾ ਹੋ ਗਏ ਨੇ, ਬੜੇ ਝਗੜੇ ਇਸ ਮਨ ਨੂੰ ਆ ਕੇ ਚਿੰਬੜ ਗਏ ਨੇ, ਕਲੇਸ਼ਾਂ ਦੇ ਵਿੱਚ ਆਪਣੀ ਜ਼ਿੰਦਗੀ ਲੰਘਾ ਰਿਹਾ ਹੈ। ਆਦ ਵਿਆਦ ਪਾਤਸ਼ਾਹ ਜੀ ਕਹਿੰਦੇ ਮੁੱਕ ਨਹੀਂ ਰਹੇ। ਕਬੂ ਨਾ ਟੁੱਟੈ ਨਾ ਤਾਪ ਟੁੱਟੇ ਅਹੰਕਾਰ ਵਾਲਾ। ਪਾਰ ਬ੍ਰਹਮ ਪੂਰਨ ਧਨੀ ਨਹਿ ਬੁੱਝੈ ਪ੍ਰਤਾਪ। ਜਿਹੜਾ ਰੱਬ ਪੂਰਾ ਹੈ, ਧਨੀ ਹੈ, ਉਹਦੇ ਪ੍ਰਤਾਪ ਨੂੰ, ਉਹਦੇ ਨਾਮਣੇ ਨੂੰ ਬੁੱਝ ਨਹੀਂ ਰਿਹਾ। ਮੋਹ ਭਰਮ ਬਹੁਤ ਘਣੋ ਮਹਾਨਰਕਮੈ ਵਾਸ। ਮੋਹ ਦੇ ਅੰਦਰ ਬਹੁਤ ਡੁੱਬਿਆ ਹੋਇਆ, ਡੂੰਘਾ ਡੁੱਬਿਆ ਹੋਇਆ। ਮਹਾਨਰਕਮੈ ਵਾਸ, ਮਹਾਰਾਜ ਕਹਿੰਦੇ ਬਹੁਤ ਵੱਡਾ ਨਰਕ, ਵੱਡੇ ਨਰਕ ਦੇ ਅੰਦਰ ਵਾਸ ਹੋ ਗਿਆ। ਨਰਕ ਦੇ ਵਿੱਚ ਹੀ ਹਰ ਵੇਲੇ ਰਹਿੰਦਾ ਹੈ, ਕਿਉਂਕਿ ਜਿੱਥੇ ਹਰ ਵੇਲੇ ਦੁੱਖ ਕਲੇਸ਼, ਜਿੱਥੇ ਹਰ ਵੇਲੇ ਲੜਾਈ ਝਗੜਾ, ਉਹ ਨਰਕ ਹੀ ਹੁੰਦਾ ਜੀ। ਬੰਦਾ ਕਈ ਵਾਰ ਆ ਕੇ ਕਹਿੰਦਾ ਵੀ ਮੈਂ ਕਿੱਥੇ ਨਰਕ ਦੇ ਵਿੱਚ ਆ ਗਿਆ। ਜਿਉਂਦੇ ਜੀ ਸਾਨੂੰ ਸਭ ਕੁਝ ਪ੍ਰਤੱਖ ਦਿਸ ਜਾਂਦਾ ਹੈ ਵੀ ਨਰਕ ਹੀ ਹੈ। ਹੋਰ ਬੰਦਾ ਮਿਹਨਤ ਕਰਦਾ, ਮਸ਼ੱਕਤ ਕਰਦਾ, ਕੰਮ ਕਰ ਕਰਕੇ ਜਦੋਂ ਘਰੇ ਵੜਦਾ ਫਿਰ ਉਹੀ ਕਲੇਸ਼, ਫਿਰ ਆਪਾਂ ਕਹਾਂਗੇ ਇਹ ਤਾਂ ਨਰਕ ਹੀ ਹੈ। ਉਹੀ ਗੱਲ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਤੇਰੀ ਆਸ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਤੇਰੇ ਅੱਗੇ ਬੇਨਤੀ ਹੈ, ਆਸ ਵੀ ਭਰੋਸਾ ਵੀ ਤੇਰੇ ਤੇ ਟਿਕਿਆ ਹੋਇਆ ਹੈ। ਕਿਰਪਾ ਕਰਕੇ, ਰਹਿਮਤ ਕਰਕੇ ਮੈਨੂੰ ਇਸ ਨਰਕ ਦੇ ਵਿੱਚੋਂ ਬਚਾ ਲਓ। ਜੇ ਤੁਸੀਂ ਕਿਰਪਾ ਕਰੋਗੇ ਤਾਂ ਹੀ ਮੈਂ ਇਸ ਨਰਕ ਦੇ ਵਿੱਚੋਂ, ਇਸ ਮਹਾ ਨਰਕ ਦੇ ਵਿੱਚੋਂ ਨਿਕਲ ਸਕਦਾ। ਗੁਰੂ ਦੀ ਬਾਣੀ ਦਾ ਪੱਲਾ ਫੜ ਕੇ, ਗੁਰੂ ਦੇ ਗਿਆਨ ਦਾ ਪੱਲਾ ਫੜ ਕੇ ਮਨੁੱਖ